ਅਗਲਾ ਸਵਾਲ ਬੇਨਤੀ ਕਰ ਰਹੇ ਹਾਂ ਸਾਹਿਬ ਮਨਮੋਹਨ ਸਿੰਘ ਜੀ ਨੂੰ ਕਿ ਉਹ ਹੈ ਕਿ ਨਿਤਨੇਮ ਦੀਆਂ ਬਾਣੀਆਂ ਜ਼ਬਾਨੀ ਪੜ੍ਹਨੀਆਂ ਚਾਹੀਦੀਆਂ ਹਨ ਕਿ ਨਹੀਂ। ਇਹ ਸਵਾਲ ਸਾਨੂੰ ਆਇਆ ਹਰਚਰਨ ਸਿੰਘ ਜੀ ਵੱਲੋਂ। ਮੈਂ ਸਮਾਂ ਤਾਂ ਬੜਾ ਥੋੜਾ ਰਹਿ ਗਿਆ, ਮਨਮੋਹਨ ਸਿੰਘ ਦੀ ਬੇਨਤੀ ਕਰਾਂਗਾ ਤੇ ਸਵਾਲ ਜੀ ਹੋਰ ਵੀ ਹਨ ਕਿ ਸੰਖੇਪ ਵਿੱਚ ਇਹਦਾ ਉੱਤਰ ਜਿਹੜਾ ਹੈ ਉਹ ਦੇ ਦਿੱਤਾ ਜਾਏ। ਜੇਕਰ ਲੰਬੇਰਾ ਹੋਏਗਾ ਤਾਂ ਆਪਾਂ ਅਗਲੀ ਵਾਰੀ ਵੀ ਕਵਰ ਕਰ ਸਕਦੇ ਤੇ ਕੁਝ ਸਵਾਲ ਰਹਿ ਗਏ ਨੇ ਉਹ ਆਪਾਂ ਪੈਂਡਿੰਗ ਪਾਵਾਂਗੇ। ਹਾਂਜੀ ਮਨਮੋਹਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਹੁਕਮ ਹੋਇਆ ਕਿ ਸਵਾਲ ਦਾ ਜਵਾਬ ਕਿ ਸਾਨੂੰ ਨਿਤਨੇਮ ਕਰਨ ਵੇਲੇ ਜ਼ਬਾਨੀ ਕਰਨਾ ਚਾਹੀਦਾ ਹੈ ਜਾਂ ਕਿ ਦੇਖ ਕੇ ਕਰਨਾ ਚਾਹੀਦਾ ਹੈ। ਸੋ ਮੈਂ ਸੰਖੇਪ ਵਿੱਚ ਹੀ ਜੋ ਬੇਨਤੀ ਕਰਨਾ ਚਾਹੁੰਦਾ ਕਿ ਜੋ ਨਿਤਨੇਮ ਕਰਨਾ ਹੈ, ਗੁਰਬਾਣੀ ਨੂੰ ਪੜ੍ਹਨਾ ਹੈ, ਪਹਿਲਾਂ ਤਾਂ ਸਾਡੇ ਮਨ ਦੇ ਅੰਦਰ ਇਹ ਖਿਆਲ ਹੋਣਾ ਚਾਹੀਦਾ ਕਿ ਅਸੀਂ ਨਿਰੰਕਾਰ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ, ਨਿਰੰਕਾਰ ਦੀ ਗੱਲ ਨੂੰ ਸੁਣਨ ਲੱਗੇ ਹਾਂ। ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਸ ਜੇਵੜ ਅਵਰ ਨ ਕੋਏ, ਇਸ ਜੇਵੜ ਅਵਰ ਨ ਕੋਏ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਜਦੋਂ ਵੀ ਅਸੀਂ ਗਾਉਣਾ ਹੈ, ਸੁਣਨਾ ਹੈ ਪ੍ਰਮਾਤਮਾ ਦੇ ਸ਼ਬਦ ਨੂੰ, ਗੁਰਬਾਣੀ ਨੂੰ, ਤਾਂ ਮਨ ਦੇ ਵਿੱਚ ਸਾਡੇ ਉਸ ਪ੍ਰਤੀ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਰ ਰਸਕ ਰਸਕ ਗੁਣ ਗਾਇਆ। ਕਿ ਜਦੋਂ ਵੀ ਗੁਰਬਾਣੀ ਨੂੰ ਪੜ੍ਹਨਾ ਹੈ, ਪ੍ਰਮਾਤਮਾ ਦੇ ਗੁਣ ਗਾਉਣ ਨੇ ਜੋ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਹੀ ਪ੍ਰਮਾਤਮਾ ਦੇ ਗੁਣ ਹੈ, ਤੇ ਫਿਰ ਸਵਾਦ ਲੈ ਲੈ ਕੇ, ਰਸ ਲੈ ਲੈ ਕੇ ਜੋ ਹੈ ਉਸ ਦੇ ਨਾਲ ਅਸੀਂ ਉਸ ਗੁਰਬਾਣੀ ਨੂੰ ਪੜ੍ਹਨਾ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ, ਮੇਰਾ ਹਿਰਦੈ ਬਸੋ ਗੋਪਾਲ। ਯਾਦ ਸਤਿਗੁਰ ਪੰਚਮ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਹਨ, ਰਸਕ ਰਸਕ ਗੁਣ ਗਾਵੇਂ ਹਰ ਜਨ, ਆਪਣੇ ਗੁਰਦੇਵ ਨਿਵਾਜਾ। ਮੇਰੇ ਇਹ ਕਹਿਣ ਤੋਂ ਭਾਵ ਕਿ ਜਦੋਂ ਵੀ ਅਸੀਂ ਨਿਤਨੇਮ ਕਰਨਾ ਹੈ, ਇਹ ਸਾਡੀ ਆਤਮਾ ਦੀ ਖੁਰਾਕ ਹੈ। ਸਾਡੀ ਸ਼ਖਸੀ ਰਹਿਣੀ ਦੇ ਅੰਦਰ ਗੁਰਬਾਣੀ ਨੂੰ ਪੜ੍ਹਨਾ, ਨਿਤਨੇਮ ਕਰਨਾ ਸਾਡੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਸਿੱਖ ਨੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਨੇ। ਤੇ ਸਤਿਗੁਰ ਬਖਸ਼ਿਸ਼ ਕਰਦੇ ਨੇ ਗੁਣ ਗਾਉਣ ਤੋਂ ਭਾਵ ਸਿਮਰਤ ਹੈ, ਸਿਮਰਨ ਹੈ। ਤੇ ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ। ਦੋ ਚੀਜ਼ਾਂ ਦਾ ਧਿਆਨ ਰਵੇ, ਮਨ ਨੂੰ ਆਨੰਦ ਲੱਭੇ ਤੇ ਉਹਦੇ ਵਿੱਚ ਲੱਗੇ ਹੋਏ ਵਿਕਾਰਾਂ ਦਾ ਜੋ ਜ਼ੰਗ ਹੈ ਉਹ ਵੀ ਉਤਰ ਜਾਵੇ। ਕਿ ਅਸੀਂ ਦੇਖਦੇ ਹਾਂ ਜਦੋਂ ਚੀਜ਼ ਦੇ ਉੱਤੇ ਜ਼ੰਗ ਲਗਾ ਹੋਵੇ ਤੇ ਅਸੀਂ ਪੂਰੀ ਬਿਰਤੀ ਜੋੜਦੇ ਹਾਂ, ਉਹਨੂੰ ਦੇਖਦੇ ਹਾਂ, ਰਗੜਦੇ ਹਾਂ, ਬਾਰ-ਬਾਰ ਦੇਖਦੇ ਹਾਂ ਉਸ ਥਾਂ ਦੇ ਉੱਤੇ। ਸੋ ਇਸ ਕਰਕੇ ਪਹਿਲਾਂ ਸਾਨੂੰ ਇਹ ਖਿਆਲ ਹੋਣਾ ਚਾਹੀਦਾ ਕਿ ਨਿਤਨੇਮ ਕਰਨਾ ਕੇਵਲ ਇੱਕ ਰੀਤ ਪੂਰੀ ਕਰਨੀ ਨਹੀਂ ਹੈ, ਸਗੋਂ ਇਹ ਆਤਮਾ ਦੀ ਖੁਰਾਕ ਹੈ ਜੋ ਸਾਨੂੰ ਹੁਕਮ ਹੈ ਗੁਰੂ ਦਾ, ਔਰ ਪੰਥਕ ਰਹਿਤ ਮਰਿਆਦਾ ਨੇ ਸਾਨੂੰ ਇਹਦੇ ਵਾਸਤੇ ਪਾਬੰਦ ਕੀਤਾ ਹੈ। ਹੁਣ ਗੱਲ ਆ ਜਾਂਦੀ ਹੈ ਕਿ ਭਾਈ ਅਸੀਂ ਕਰਨਾ ਕਿਵੇਂ ਹੈ। ਤਾਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਬਾਣੀ ਪੜ੍ਹਨੀ, ਸਾਡੀ ਬਿਰਤੀ ਟਿਕੀ ਹੋਵੇ, ਇਕਾਂਤ ਹੋਵੇ, ਸ਼ਾਂਤੀ ਵਾਲੀ ਥਾਂ ਹੋਵੇ, ਸਤਿਕਾਰ ਦੇ ਨਾਲ ਪਾਕੀਜ਼ਗੀ ਹੋਵੇ, ਸੁਰਤੀ ਜਿਹੜੀ ਹੈ ਉਹ ਟਿਕ ਜਾਵੇ। ਇਸ ਤਰੀਕੇ ਦੇ ਨਾਲ ਬਾਣੀ ਨੂੰ ਪੜ੍ਹਨਾ ਹੁੰਦਾ ਹੈ। ਸੋ ਜੋ ਸਵਾਲ ਆਇਆ ਕਿ ਅਸੀਂ ਦੇਖ ਕੇ ਪੜ੍ਹਨੀ ਚਾਹੀਦੀ ਹੈ ਜਾਂ ਜ਼ਬਾਨੀ, ਜਿੱਥੇ ਤੱਕ ਗੁਰਬਾਣੀ ਨੂੰ ਦੇਖ ਕੇ ਪੜ੍ਹਨ ਦੀ ਗੱਲ ਹੈ ਤੇ ਸਭ ਤੋਂ ਬਹੁਤ ਅੱਛੀ ਗੱਲ ਹੋਵੇਗੀ ਕਿ ਜੇ ਕਦੇ ਅਸੀਂ ਕਿਸੇ ਇੱਕ ਥਾਂ ਦੇ ਉੱਤੇ ਘਰ ਦੇ ਵਿੱਚ ਬੈਠ ਕੇ ਇਕਾਂਤ ਵਿੱਚ ਹੋ ਕੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਇਹ ਸਾਡੀ ਆਤਮਿਕ ਖੁਰਾਕ ਹੈ, ਪਿਆਰ ਦੇ ਨਾਲ ਬੈਠ ਕੇ ਹੱਥ ਦੇ ਵਿੱਚ ਗੁਟਕਾ ਲੈ ਕੇ ਦੇਖ ਦੇਖ ਕੇ ਗੁਰਬਾਣੀ ਪੜ੍ਹੀਏ ਤਾਂ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋਵੇਗੀ। ਆਮ ਕਰਕੇ ਅਸੀਂ ਦੇਖਦੇ ਹਾਂ ਜਿੰਨੇ ਸਵਾਲ ਗੁਰਬਾਣੀ ਵਿਆਕਰਨ ਨਾਲ ਜੁੜੇ ਹੋਏ ਆ ਰਹੇ ਨੇ ਕਿ ਸੱਸੇ ਪੈਰ ਬਿੰਦੀ ਲਾ ਕੇ ਪੜ੍ਹਨੀ ਹੈ, ਨਹੀਂ ਪੜ੍ਹਨੀ ਹੈ, ਜਾਂ ਇਸ ਦਾ ਉਚਾਰਨ ਕਿਵੇਂ ਹੈ, ਇਸ ਦਾ ਉਚਾਰਨ ਕਿਵੇਂ ਹੈ, ਫਲਾਨੀ ਥਾਂ ਦੇ ਉੱਤੇ ਅਸ਼ਟਪਦੀਆਂ ਲਿਖਿਆ, ਉੱਥੇ ਜੋ ਨੇ ਪਦੇ ਕਿੰਨੇ ਨੇ, ਇਹ ਸਾਰੇ ਤਾਂ ਹੀ ਸਾਡੇ ਸਾਹਮਣੇ ਆਉਂਦੇ ਨੇ ਕਿ ਅਸੀਂ ਉਹਨੂੰ ਦੇਖ ਕੇ ਧਿਆਨ ਨਾਲ ਪੜ੍ਹ ਰਹੇ ਹਾਂ। ਸੋ ਜਦੋਂ ਵੀ ਅਸੀਂ ਗੁਰਬਾਣੀ ਦਾ ਨਿਤਨੇਮ ਕਰੀਏ ਤਾਂ ਪਹਿਲੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਕਿਸੇ ਇੱਕ ਥਾਂ ਦੇ ਉੱਤੇ ਘਰ ਵਿੱਚ ਬੈਠ ਕੇ ਇੱਕ ਰੀਤ ਨਾ ਸਮਝ ਕੇ, ਸਗੋਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ, ਆਤਮਾ ਦੀ ਖੁਰਾਕ ਸਮਝ ਕੇ, ਬੜੇ ਪਿਆਰ ਦੇ ਨਾਲ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਬਾਣੀ ਨੂੰ ਪੜ੍ਹੀਏ। ਉਹਦੇ ਨਾਲ ਸਾਡੀ ਪਾਕੀਜ਼ਗੀ, ਭਉ ਤੇ ਭਾਉ ਦੋਵੇਂ ਚੀਜ਼ਾਂ ਬਣੀਆਂ ਰਹਿਣਗੀਆਂ। ਸਤਿਕਾਰ ਵੀ ਗੁਰਬਾਣੀ ਦਾ ਬਣਿਆ ਰਹੇਗਾ ਤੇ ਨਾਲ ਸਾਡਾ ਪਿਆਰ ਵੀ ਗੁਰਬਾਣੀ ਦੇ ਨਾਲ ਬਣਿਆ ਰਹੇਗਾ। ਤੇ ਫਿਰ ਸਾਇੰਟੀਫਿਕ ਟਰੂਥ ਹੈ ਕਿ ਜਦੋਂ ਆਡੀਓ ਵਿਜ਼ੂਅਲ ਕਿਸੇ ਚੀਜ਼ ਦਾ ਦੇ ਰਾਹੀਂ ਅਸੀਂ ਸਿੱਖਣਾ ਚਾਹੁੰਦੇ ਹਾਂ ਤੇ ਜਿੱਥੇ ਸਾਡੀਆਂ ਅੱਖਾਂ ਜੋ ਨੇ, ਨੇਤਰ ਜੋ ਨੇ, ਟਿਕ ਕੇ ਕਿਸੇ ਚੀਜ਼ ਦੇ ਉੱਤੇ, ਗੁਰਬਾਣੀ ਦੇ ਉੱਤੇ, ਸ਼ਬਦ ਦੇ ਉੱਤੇ ਅਸੀਂ ਟਿਕਾ ਕੇ ਬਾਣੀ ਪੜਾਂਗੇ ਤੇ ਉਹਦੇ ਵਿੱਚ ਗਲਤੀਆਂ ਘੱਟ ਹੁੰਦੀਆਂ ਨੇ, ਗੁਰਬਾਣੀ ਚੇਤੇ ਵੀ ਜ਼ਿਆਦਾ ਹੁੰਦੀ ਹੈ। ਤੇ ਫਿਰ ਨਾਲ ਨਾਲ ਐਸਾ ਵੀ ਨਹੀਂ ਕਿ ਜੇ ਕਦੇ ਕਿਸੇ ਨੂੰ ਕਿਤੇ ਮਜਬੂਰੀ ਬਣ ਜਾਵੇ, ਕਿਉਂਕਿ ਆਮ ਕਰਕੇ ਮੈਂ ਤਾਂ ਬਾਰ-ਬਾਰ ਰੀਤ ਦੀ ਗੱਲ ਕਰਦਾ ਕਿ ਜਿਵੇਂ ਕਈ ਵਾਰ ਵੀਰ ਜੀ ਨੇ ਵੀ ਵਿਚਾਰ ਕਰਦਿਆਂ, ਵੀਰ ਹਰਜੀਤ ਸਿੰਘ ਜੀ ਵੀ ਦੱਸਦੇ ਰਹਿੰਦੇ ਨੇ ਕਿ ਅਸੀਂ ਜਪਜੀ ਸਾਹਿਬ ਜਦੋਂ ਸਵੇਰੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਾਂ ਤੇ ਬਾਥਰੂਮ ਚੋਂ ਬਾਹਰ ਆਉਣ ਤੋਂ ਪਹਿਲਾਂ ਜਪਜੀ ਸਾਹਿਬ ਸਮਾਪਤੀ ਹੋ ਜਾਂਦੀ ਹੈ।
ਤੇ ਉਹਦੇ ਵਿੱਚ ਸਾਡੇ ਬਾਕੀ ਕੰਮ ਵੀ ਨਾਲ ਹੀ ਹੁੰਦੇ ਨੇ, ਕਿ ਚਿਹਰਾ ਵੀ ਨਾਲ ਧੋਰਿਆ, ਅੰਡਰਸ਼ਰਟ ਵੀ ਨਾਲ ਹੀ ਧੋ ਲਈ, ਤੇ ਫਿਰ ਉੱਥੋਂ ਬਾਹਰ ਨਿਕਲ ਕੇ ਆਏ ਤੇ ਜਪਜੀ ਸਾਹਿਬ ਦਾ ਭੋਗ ਪੈ ਗਿਆ। ਤੇ ਕਈ ਵਾਰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਜਪਜੀ ਸਾਹਿਬ ਦੀਆਂ ਕਿਹੜੀਆਂ ਪੌੜੀਆਂ ਜੋ ਨੇ, ਸੁਣਿਆ ਦੀਆਂ ਵੀ ਪੂਰੀਆਂ ਪੜੀਆਂ ਨਹੀਂ, ਮੰਨਿਆ ਦੀਆਂ ਵੀ ਪੂਰੀਆਂ ਪੜੀਆਂ ਜਾਂ ਨਹੀਂ, ਇਹ ਕਿਉਂਕਿ ਸੁਰਤੀ ਪੂਰੀ ਤਰੀਕੇ ਨਾਲ ਟਿਕੀ ਨਹੀਂ ਹੁੰਦੀ। ਤੇ ਅਗਰ ਜੇ ਅਸੀਂ ਇਸ ਨੂੰ ਰੀਤ ਨਾ ਕਰੀਏ, ਆਤਮਿਕ ਖੁਰਾਕ ਸਮਝ ਕੇ, ਜ਼ਿੰਮੇਵਾਰੀ ਸਮਝ ਕੇ, ਪੰਥ ਦਾ ਹੁਕਮ ਸਮਝ ਕੇ ਬੈਠ ਕੇ ਹੱਥ ਦੇ ਵੀ ਗੁਟਕਾ ਸਾਹਿਬ ਲੈ ਕੇ ਕਰੀਏ ਤੇ ਬੜੀ ਵਧੀਆ ਗੱਲ ਹੈ। ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਸੀਂ ਸੋਚਦੇ ਹਾਂ ਵੀ ਰਸਤੇ 'ਚ ਚੱਲ ਰਹੇ ਹਾਂ ਤੇ ਰਸਤੇ 'ਚ ਚੱਲਦੇ ਹੀ ਕਰ ਲਈਏ, ਤੇ ਘਰ ਆ ਕੇ ਅਸੀਂ ਹੋਰ ਕੀ ਕਰਨਾ ਹੁੰਦਾ, ਵੱਡਾ ਕੰਮ ਤੇ ਕੋਈ ਹੁੰਦਾ ਨਹੀਂ, ਲੇਕਿਨ ਘਰ ਆ ਕੇ ਬੈਠ ਕੇ ਕੀਤਾ ਜਾਵੇ। ਪਰ ਜੇ ਕਦੇ ਕਿਤੇ ਐਮਰਜੈਂਸੀ ਬਣ ਜਾਵੇ, ਜਿਵੇਂ ਕੋਈ ਵੀਰ ਡਿਊਟੀ ਦੇ ਉੱਤੇ ਹੈ, ਸਿਕਿਉਰਿਟੀ ਫੋਰਸਿਸ ਦੇ ਵਿੱਚ ਨੇ, ਕੋਈ ਮੇਰਾ ਵੀਰ ਦੁਕਾਨਦਾਰ ਹੈ ਜਾਂ ਕਿਸੇ ਹੋਰ ਤਰੀਕੇ ਦਾ ਜੋ ਹੈ ਉਹਦਾ ਕਾਰੋਬਾਰ ਹੈ, ਜਿਹਦੇ ਵਿੱਚ ਉਹਨੂੰ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਕਿ ਭਈ ਉਹ ਕਿਤੇ ਥੋੜਾ ਲੇਟ ਹੋ ਗਿਆ, ਨਿਤਨੇਮ ਦਾ ਸਮਾਂ ਉਹਨੂੰ ਨਿਕਲ ਰਿਹਾ, ਜਾਂ ਸਵੇਰੇ ਉਹਨੇ ਛੇਤੀ ਕਿਤੇ ਨਿਕਲਣਾ ਹੈ, ਬੈਠਣ ਦਾ ਉਹਦੇ ਕੋਲ ਸਮਾਂ ਨਹੀਂ ਬੈਠ ਕੇ ਕਰੇ, ਉਹਦੇ ਵਿੱਚ ਅਗਰ ਉਹ ਜ਼ੁਬਾਨੀ ਕਰ ਵੀ ਲੈਂਦਾ ਹੈ ਤੇ ਕੋਈ ਵੱਡੀ ਗੱਲ ਨਹੀਂ। ਲੇਕਿਨ ਫਿਰ ਵੀ 1-2-4 ਦਿਨ ਬਾਅਦ ਅਗਰ ਮੌਕਾ ਲੱਗੇ ਤੇ ਜ਼ਰੂਰ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਬਾਣੀ ਨੂੰ ਦੇਖ ਕੇ ਪੜਿਆ ਜਾਵੇ, ਤਾਂ ਕਿ ਸਾਡੇ ਜੋ ਕਿਤੇ ਕਿਸੇ ਕਿਸਮ ਦਾ ਸਾਡੇ ਤੋਂ ਗਲਤੀ ਹੋ ਗਈ, ਕਿਤੇ ਸਾਨੂੰ ਕੰਠ ਕੀਤੀ ਹੋਈ ਬਾਣੀ ਕਈ ਵਾਰ ਗਲਤ ਹੁੰਦੀ ਹੈ, ਬੜੇ ਦੂਰੋਂ ਜਾ ਕੇ ਪਤਾ ਲੱਗਦਾ ਹੈ ਕਿ ਅੱਜ ਮੈਂ 20 ਸਾਲ ਤੋਂ ਇਸ ਅੱਖਰ ਨੂੰ ਗਲਤ ਪੜ੍ਹਦਾ ਰਿਹਾ, ਕਿਉਂਕਿ ਇੱਥੇ ਤਾਂ ਇਹ ਲਿਖਿਆ ਹੋਇਆ, ਇੱਥੇ ਤਾਂ ਦਲਾਵਾਂ ਨੇ, ਮੈਂ ਤਾਂ ਇਹਨੂੰ ਹਾਏ ਸਿਆਰੀ ਨਾਲ ਹੀ ਪੜ੍ਹਦਾ ਰਿਹਾ। ਇਹ ਸਾਰੀਆਂ ਚੀਜ਼ਾਂ ਜੋ ਨੇ ਉਹ ਫਿਰ ਦੇਖ ਕੇ ਹੀ ਅਸੀਂ ਉਹ ਪੜ੍ਹ ਸਕਦੇ ਹਾਂ। ਇਸ ਕਰਕੇ ਇਹਦੇ ਵਿੱਚ ਕੋਈ ਭਰਮ ਵੀ ਨਹੀਂ, ਕਿਤੇ ਜੇ ਕਿਤੇ ਜ਼ਬਾਨੀ ਪੜ੍ਹਨੀ ਪਵੇ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਰੂਰ ਦੇਖ ਕੇ ਬਾਣੀ ਨੂੰ ਪੜ੍ਹਿਆ ਜਾਵੇ, ਤਾਂ ਕਿ ਸਾਡੀਆਂ ਗਲਤੀਆਂ ਜੋ ਨੇ ਉਹ ਘੱਟ ਜਾਣ। ਇੰਨਾ ਕੋਈ ਜਵਾਬ ਸੀ ਮੇਰੀ ਤਰਫੋਂ ਜੋ ਅਸੀਂ ਆਪਸ ਦੇ ਵਿੱਚ ਸਲਾਹ ਮਸ਼ਵਰਾ ਵਿਦਵਾਨਾਂ ਨਾਲ ਕੀਤਾ। ਜੇ ਕਿਤੇ ਕੋਈ ਹੋਰ ਸੰਗਤ ਦੇ ਵਿੱਚੋਂ ਇਸ ਦੇ ਵਿੱਚ ਹੋਰ ਵਾਧਾ ਕਰੇਗਾ ਤਾਂ ਜ਼ਰੂਰ ਸਾਡੀ ਜਿਹੜੀ ਨੌਲੇਜ ਹੈ, ਸਾਡਾ ਜਿਹੜਾ ਗਿਆਨ ਉਹਦੇ ਵਿੱਚ ਵਾਧਾ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਮਨਮੋਹਨ ਸਿੰਘ ਜੀ ਨੇ ਬੜੇ ਸੰਖੇਪ ਲਫ਼ਜ਼ਾਂ 'ਚ ਬਹੁਤ ਭਾਵਪੂਰਤ ਗੱਲਾਂ ਕਹੀਆਂ ਨੇ। ਤਾਂ ਸਾਡੀ ਕੋਸ਼ਿਸ਼ ਤੇ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਬਾਣੀ ਸਾਨੂੰ ਕੰਠ ਯਾਦ ਹੋਵੇ। ਉਹਦਾ ਜ਼ਰੂਰ ਮਤਲਬ ਹੈ ਵੀ ਤਾਕੀਦ ਵੀ ਕੀਤੀ ਜਾਂਦੀ ਕਿ ਬਾਣੀ ਵੱਧ ਤੋਂ ਸਾਨੂੰ ਹਰ ਸਿੱਖ ਨੂੰ ਕੰਠ ਹੋਵੇ। ਫਿਰ ਵੀ ਕਿਉਂਕਿ ਗੁਰਬਾਣੀ ਸਮੁੰਦਰ ਹੈ ਤੇ ਸੁਰਤ ਸ਼ਬਦ ਦਾ ਮੇਲ ਹੋਣਾ ਬੜਾ ਜ਼ਰੂਰੀ ਹੈ, ਤੇ ਇਸ ਕਰਕੇ ਸੁਰਤੀ ਨੂੰ ਟਿਕਾਉਣ ਦੀ ਗੱਲ ਵੀ ਵੀਰ ਜੀ ਨੇ ਦੱਸੀ ਹੈ। ਤਾਂ ਕੋਸ਼ਿਸ਼ ਸਾਡੀ ਹੋਵੇ ਕਿ ਜੇ ਸਾਡੇ ਕੋਲ ਸਮਾਂ ਹੈ, ਬਿਲਕੁਲ ਕੋਈ ਐਮਰਜੈਂਸੀ ਨਹੀਂ ਹੈ, ਤੇ ਫਿਰ ਸਾਨੂੰ ਗੁਟਕਾ ਸਾਹਿਬ ਤੋਂ ਦੇਖ ਕੇ ਕਰਨਾ ਹੀ ਚਾਹੀਦਾ, ਉਹ ਜ਼ਿਆਦਾ ਬੈਟਰ ਰਹੇ। ਇੱਕ ਗੱਲ ਮੈਂ ਭਾਵੇਂ ਸਮਾਂ ਜ਼ਿਆਦਾ ਹੋ ਗਿਆ ਜ਼ਰੂਰ ਕਹਾਂਗਾ ਕਿ ਕੋਸ਼ਿਸ਼ ਕੀਤੀ ਜਾਏ, ਅਗਰ ਐਮਰਜੈਂਸੀ ਨਹੀਂ ਹੈ ਤਾਂ ਘੱਟੋ ਘੱਟ ਇਹ ਜਿਹੜੇ ਸੈੱਲ ਫੋਨ ਤੋਂ ਆਪਾਂ ਪਾਠ ਕਰਦੇ ਹਾਂ ਇਹਨੂੰ ਨਾ ਕੀਤਾ ਜਾਏ। ਜੇ ਜ਼ਬਾਨੀ ਜੇ ਤੇ ਗੁਟਕੇ ਸਾਹਿਬ ਤੋਂ ਕਰੋ ਤਾਂ ਬਹੁਤ ਵਧੀਆ, ਤੇ ਜੇਕਰ ਜਿਵੇਂ ਦੱਸਿਆ ਐਮਰਜੈਂਸੀ ਆ, ਚਲੋ ਕਿਤੇ ਜ਼ਬਾਨੀ ਵੀ ਕਰ ਲਓ। ਪਰ ਜਿਹੜਾ ਇਹ ਆਪਾਂ ਸੈੱਲ ਫੋਨ ਤੋਂ ਕਰਦੇ ਹਾਂ, ਸੈੱਲ ਫੋਨ ਦੇ ਵਿੱਚ ਫਿਰ ਕਿਸੇ ਵੇਲੇ ਡਿਟੇਲ ਗੱਲ ਕਰਾਂਗੇ, ਹੁਣ ਸਮਾਂ ਬਹੁਤ ਹੋ ਗਿਆ, ਬਹੁਤ ਸਾਰੀਆਂ ਗਲਤੀਆਂ ਵੀ ਹਨ। ਤੇ ਇਸ ਕਰਕੇ ਸਾਨੂੰ ਦੂਜੀ ਗੱਲ ਹੈ ਕਿ ਬੜਾ ਆਦਬ ਸਤਿਕਾਰ, ਜੋ ਸੈੱਲ ਫੋਨ ਖੋਲ੍ਹਣ ਨਾਲ ਜਾਂ ਗੁਟਕਾ ਸਾਹਿਬ ਖੋਲ੍ਹਣ ਨਾਲ ਤੁਸੀਂ ਆਪੇ ਦੇਖ ਲਓ ਕਿੰਨਾ ਫਰਕ ਹੈ। ਤਾਂ ਬੜਾ ਧਿਆਨ ਮੰਗਦੀ ਹੈ ਗੱਲ ਜੀ, ਕਿ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਦੀ 27ਵੀਂ ਪੌੜੀ ਔਰ ਸੋਦਰ ਦੀ ਜਿਹੜਾ ਪਹਿਲਾ ਪਾਠ ਹੈ ਸੋਦਰ ਤੇ ਰਾਗੇ, ਇਹਨਾਂ ਦੋਨਾਂ ਦੇ ਵਿੱਚ ਆਪਸ 49 ਫਰਕ ਨੇ। ਜੇ ਤੇ ਅਸੀਂ ਬਿਲਕੁਲ ਯਾਦ ਕਰ ਹੋ ਗਏ ਨੇ ਫਿਰ ਤਾਂ ਬਹੁਤ ਵਧੀਆ, ਨਹੀਂ ਤੇ ਗਲਤੀ ਲੱਗਣ ਦੇ ਚਾਂਸ ਹੁੰਦੇ ਨੇ। ਪਰ ਜੇਕਰ ਅਸੀਂ ਗੁਟਕਾ ਖੋਲ ਕੇ ਪਾਠ ਕਰ ਰਹੇ ਹਾਂ ਤਾਂ ਉਹਦੇ 'ਚ ਸ਼ੁੱਧਤਾ ਦੇ ਜ਼ਿਆਦਾ ਚਾਂਸਸ ਨੇ। ਤਾਂ ਇਹ ਕੋਈ ਹਾਰਡ ਐਂਡ ਫਾਸਟ ਨਹੀਂ ਹੈ ਜਿਵੇਂ ਵੀਰ ਜੀ ਨੇ ਦੱਸਿਆ, ਪਰ ਸਾਡੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਕਿ ਆਪਾਂ ਬਾਣੀ ਦੇਖ ਕੇ ਟਿਕਾ ਕੇ ਸ਼ੁੱਧ ਔਰ ਭੈ ਭਾਵਨਾ ਨਾਲ ਪੜ੍ਹੀਏ। ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸਵਾਲ ਤਕਰੀਬਨ 2-3 ਰਹਿ ਗਏ ਨੇ, ਮੈਂ ਉਹਨਾਂ ਪਾਸੋਂ ਖਿਮਾ ਮੰਗਦਾ ਕਿਉਂਕਿ ਸਮਾਂ ਹੋ ਗਿਆ। ਉਹ ਅਗਲੇ ਹਫਤੇ ਜਿਹੜੇ ਨੇ ਉਹ ਸਵਾਲ ਪਹਿਲੇ ਲੈ ਜਾਣਗੇ, ਜਿਹੜੇ ਅੱਗੋਂ ਸਵਾਲ ਆਉਣਗੇ ਬਾਅਦ ਚ ਲਵਾਂਗੇ। ਤਾਂ ਉਹਨਾਂ ਤੋਂ ਮੈਂ ਕੋਈ ਦੁਬਾਰਾ ਖਿਮਾ ਮੰਗਦਾ, ਤੇ ਸਾਰੀ ਸੰਗਤ ਨੂੰ ਅੱਜ ਦਾ ਪ੍ਰੋਗਰਾਮ ਚਲਾਉਂਦਿਆਂ ਹੋ ਗਈਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਆਪਸ ਵਿੱਚ ਖਿਮਾ ਮੰਗਦੇ ਹਾਂ। ਤੇ ਜੇਕਰ ਕਿਸੇ ਨੇ ਕੋਈ ਸੁਝਾਅ ਦੇਣਾ ਹੋਵੇ ਤਾਂ ਕਿਰਪਾ ਕਰਕੇ ਉਹ ਗਰੁੱਪ ਚੈਟ 'ਚ ਦੇ ਸਕਦੇ ਨੇ, ਜਾਂ ਬਾਅਦ ਵਿੱਚ ਲਿਖ ਕੇ ਸਾਨੂੰ ਸਵਾਲ ਜਵਾਬ ਜਿਹੜਾ ਭੇਜਿਆ ਜਾ ਸਕਦਾ, ਸਵਾਲ ਜਵਾਬ ਗਰੁੱਪ। ਸ਼ੁਕਰੀਆ ਜੀ ਆਪ ਸਭ ਦਾ, ਔਰ ਪੈਨਲ ਮੈਂਬਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਪੂਰੀ ਮਿਹਨਤ ਨਾਲ ਜਵਾਬ ਬਣਾ ਕੇ ਫਿਰ ਆਪਸ ਡਿਸਕਸ ਕਰਕੇ ਆਉਂਦੇ ਨੇ। ਸਭ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।